ਰਾਬਤਾ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ। ਜਿਸ ਤਰ੍ਹਾਂ ਇੱਕ ਪੰਜਾਬੀ ਦੇ ਵਿੱਚ ਮੁਹਾਵਰਾ ਹੈ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਉਹੀ ਕੁਝ ਜੋ ਹੈ ਇਹਨਾਂ ਅਧਿਆਪਕਾਂ ਤੇ ਇੱਕ ਝਾਤ ਪਾਓ। ਇਹਨਾਂ ਦੀ ਸਮੱਸਿਆ ਇਹ ਸੀ ਕਿ ਨਗੂਣੀਆਂ ਤਨਖਾਹਾਂ ਤੇ ਪਿਛਲੇ 8-10 ਸਾਲਾਂ ਤੋਂ ਕੰਮ ਕਰਦੇ ਸੀ। ਹੁਣ ਸਰਕਾਰ ਨੇ ਸੋਚ ਕੇ ਫੈਸਲਾ ਕੀਤਾ ਕਿ ਇਹਨਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ। ਕੀ ਅੜਚਣਾਂ ਆਈਆਂ ਕਿਉਂਕਿ ਪਹਿਲਾਂ ਬਾਦਲ ਸਰਕਾਰ ਵੇਲੇ ਇੱਕ ਵੱਡੀ ਸਮੱਸਿਆ ਟੀਚਰਾਂ ਵਾਸਤੇ ਪੈਦਾ ਕੀਤੀ ਸੀ ਕਿ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਜੋ ਲਾਗੂ ਕੀਤਾ ਗਿਆ ਸੀ। 3 ਸਾਲ ਬੇਸਿਕ ਤਨਖਾਹ ਮਿਲਦੀ ਸੀ, ਪਰ ਉਸ ਤੋਂ ਬਾਅਦ ਰੈਗੂਲਰ ਕੀਤਾ ਜਾਂਦਾ ਸੀ। ਪਰ ਇਹਨਾਂ ਟੀਚਰਾਂ ਬਾਰੇ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹਨਾਂ ਨੂੰ ਵਿੱਤੀ ਘਾਟਾ ਵੀ ਪਿਆ। ਗੱਲ ਕਰਦੇ ਹਾਂ ਇਹਨਾਂ ਦੀ ਦਿੱਕਤ ਕੀ ਹੈ। ਮੈਮ, ਤੁਹਾਡਾ ਕੇਡਰ ਕੀ ਹੈ? ਪਹਿਲਾਂ ਤਾਂ ਉਹਨਾਂ ਦਾ ਨਾਂ ਦੱਸ ਦਿਓ ਤੇ ਕਦੋਂ ਤੁਸੀਂ ਟੀਚਰ ਬਣੇ ਸੀ ਉਹ ਵੀ ਦੱਸ ਦਿਓ। सर असी मास्टर केडर ਤੁਹਾਡਾ ਆਪਣਾ ਨਾਂ ਦੱਸ ਦਿਓ। हाँ जी, मैं सुनीता रानी हिंदी मिस्ट्रेस सरकारी मॉडल सीनियर सैकेंडरी स्कूल हीरो कलां पिछले मतलब कि 12 सालों तो मैं उत्थे सेवावां निभा रही हाँ। और सर मैं मास्टर केडर 76-54 ਦੇ ਵਿੱਚ ਐਜ਼ ਏ ਹਿੰਦੀ ਮਿਸਟਰਸ ਭਰਤੀ ਹੋਈ ਸੀ, ਲੇਕਿਨ 2009 ਦੇ ਵਿੱਚ ਸਾਡੀ ਐਡ ਆਈ ਸੀ ਔਰ 2011 ਦੇ ਵਿੱਚ ਸਾਨੂੰ ਮਤਲਬ ਕਿ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸੀ। ਉਹ ਨਿਯੁਕਤੀ ਪੱਤਰ ਅਸੀਂ ਬੜੀ ਖੁਸ਼ੀ ਹਾਸਿਲ ਕੀਤੇ ਔਰ ਫਿਰ 2011 ਦੇ ਵਿੱਚ ਸਾਨੂੰ ਜਦੋਂ ਅਸੀਂ ਨਿਯੁਕਤੀ ਪੱਤਰ ਹਾਸਿਲ ਕੀਤੇ ਤਾਂ ਨਾਲ ਹੀ ਇਹ ਕਿਹਾ ਗਿਆ ਕਿ ਤੁਹਾਨੂੰ 2014 ਦੇ ਵਿੱਚ ਰੈਗੂਲਰ ਕਰ ਦਿੱਤਾ ਜਾਏਗਾ। ਦੇਖੋ, ਇੱਕ ਅਧਿਆਪਕ ਨੂੰ ਕੋਈ ਵੀ ਸਰਕਾਰੀ ਕਰਮਚਾਰੀ ਹੈ ਸਰਕਾਰ ਦਾ ਤਾਂ ਉਹਨੂੰ ਇਹ ਇੱਕ ਉਮੀਦ ਹੁੰਦੀ ਹੈ, ਇੱਕ ਖੁਸ਼ੀ ਹੁੰਦੀ ਹੈ ਕਿ ਅਸੀਂ ਰੈਗੂਲਰ ਹੋ ਜਾਵਾਂਗੇ। ਤੇ ਜਦੋਂ ਇਹ ਨੋਟੀਫਿਕੇਸ਼ਨ ਹੋਇਆ ਤਾਂ ਉਸ ਦੌਰਾਨ ਅਸੀਂ ਰੈਗੂਲਰ ਨਹੀਂ ਹੋਏ ਹੈ। ਸਾਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸਰ, ਕਿਉਂਕਿ ਦੇਖੋ ਇੱਕ ਅਸੀਂ ਉਹ ਸਜ਼ਾ ਭੁਗਤੀ ਜਿਹਦੇ ਵਿੱਚ ਅਸੀਂ ਕ੍ਰਿਮੀਨਲ ਤੱਕ ਦੀ ਫੀਲਿੰਗ ਆਪਣੇ ਆਪ ਲਈ ਕੀਤੀ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਾਨੂੰ ਬਿਲਕੁਲ ਕੱਚ ਦੇ ਬਰਾਬਰ ਕਰ ਦਿੱਤਾ, ਲੇਕਿਨ ਇਹ ਸਰਕਾਰ ਨੇ ਸਾਨੂੰ ਕੋਹੇ ਨੂਰ ਬਣਾਇਆ। ਤੇ ਪਰ ਇਹ ਦੱਸੋ ਕਿ ਹੋਰ ਜਿਹੜੇ ਵਰਗ ਦੇ ਹੋਰ ਟੀਚਰ ਸੀ, ਹੋਰ ਪੋਸਟ ਆਈਆਂ ਸੀ, ਉਹਨਾਂ ਦਾ 3-3 ਸਾਲ ਬਾਅਦ, ਕਈਆਂ ਨੂੰ 4 ਸਾਲ ਬਾਅਦ, ਕਈ ਵਾਰ ਕੈਪਟਨ ਸਰਕਾਰ ਨੇ ਜਾਂ ਫਿਰ ਅਕਾਲੀ ਦਲ ਵੇਲੇ ਉਹਨਾਂ ਨੂੰ ਰੈਗੂਲਰ ਕਰਤਾ ਸੀ। ਤੁਹਾਡੀ ਕੀ ਦਿੱਕਤ ਸੀ, ਕਿਉਂ ਨਹੀਂ ਕੀਤਾ ਗਿਆ? ਸਰ ਸਾਡੀ ਦਿੱਕਤ ਇਹ ਸੀ, ਵੈਸੇ ਤਾਂ ਦਿੱਕਤ ਕੋਈ ਵੀ ਨਹੀਂ ਸੀ। ਅਸੀਂ ਆਪਣੇ ਆਪ ਨੂੰ ਇਹ ਕਵਾਂਗੇ ਵੀ ਅਸੀਂ ਆਪਣੀ ਮਿਹਨਤ ਦੇ ਨਾਲ ਆਪਣੇ ਆਪ ਨੂੰ ਤਰਾਸ਼ ਕੇ ਅੱਗੇ ਆਏ ਸੀ, ਲੇਕਿਨ ਇਹਨਾਂ ਨੇ ਜਿਵੇਂ ਇਹ ਮਤਲਬ ਕਿ ਸਰਕਾਰਾਂ ਦੇ ਹੀ ਇਹ ਚਲਾਈ ਹੋਈਆਂ ਯੋਜਨਾਵਾਂ ਨੇਗੀ ਕਿ ਇਹਨਾਂ ਨੇ ਕਿਹਾ ਵੀ ਡਿਸਟੈਂਸ ਮੋਡ ਰਾਹੀਂ ਅਸੀਂ ਆਪਣੀਆਂ ਸਟੱਡੀ ਪੂਰੀ ਕੀਤੀ ਹੋਈ ਸੀ ਤੇ ਸਾਨੂੰ ਬਾਹਰਲੀਆਂ ਯੂਨੀਵਰਸਿਟੀਆਂ ਦੇ ਕਹਿ ਕੇ ਨਕਾਰਿਆ ਗਿਆ ਵੀ ਤੁਸੀਂ ਤਾਂ ਇਸ ਭਰਤੀ ਦੇ ਯੋਗ ਨਹੀਂ ਹੈਗੇ, ਤੁਹਾਨੂੰ ਰੈਗੂਲਰ ਨਹੀਂ ਕੀਤਾ ਜਾਊਗਾ। ਪਰ ਬਹੁਤ ਸਾਰੇ ਇਹੋ ਜਿਹੇ ਟੀਚਰ ਨੇ ਪਹਿਲਾਂ ਹੀ ਲੱਗੇ ਹੋਏ ਨੇ, ਚਾਹੇ ਹਰਿਆਣੇ ਤੋਂ ਸੀਸੀ ਰਾਹੀਂ ਕੀਤਾ ਹੋਵੇ ਜਾਂ ਫਿਰ ਹੋਰ ਜੰਮੂ ਕਸ਼ਮੀਰ ਵਾਲੀ ਯੂਨੀਵਰਸਿਟੀ ਹੋਵੇ, ਬਹੁਤ ਸਾਰੇ ਟੀਚਰ ਹੋਰ ਸੀ। ਤੁਹਾਨੂੰ ਤੁਹਾਡੇ ਨਾਲ ਹੀ ਕਿਉਂ ਵਿਤਕਰਾ ਹੋਇਆ? ਸਰ ਬਸ ਉਹਨਾਂ ਨੇ ਇਹੀ ਗੱਲ ਕਹਿਤੀ ਸਾਨੂੰ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ। ਸਾਡੀ ਮਤਲਬ ਕਿ ਅਸੀਂ ਕਵਾਂਗੇ ਗੁਣਵੱਤਾ ਨੂੰ ਉਹਨਾਂ ਨੇ ਨਹੀਂ ਪਹਿਚਾਨਿਆ। ਬਾਕੀ ਸਰਕਾਰਾਂ ਨੇ ਜਿਹੜੀਆਂ ਪਿਛਲੇ ਤੁਸੀਂ ਕਹਿ ਰਹੇ ਹੋ ਹਰਿਆਣਾ ਦੀਆਂ ਨੇ ਜਾਂ ਹੋਰ ਕਿਸੇ ਸਟੇਟ ਦੀਆਂ ਸਰਕਾਰਾਂ ਨੇ, ਲੇਕਿਨ ਇਹਨਾਂ ਸਾਡੀਆਂ ਸਰਕਾਰਾਂ ਨੇ ਸਾਡੀ ਗੁਣਵੱਤਾ ਨੂੰ ਨਹੀਂ ਪਹਿਚਾਨਿਆ, ਸਾਡੀ ਮਿਹਨਤ ਦਾ ਮੁੱਲ ਨਹੀਂ ਪਾਇਆ। ਤਾਂ ਸਾਨੂੰ ਐਂ ਲੱਗਿਆ ਵੀ ਕਿਤੇ ਨਾ ਕਿਤੇ ਇਹ ਸਰਕਾਰ ਨੇ ਸਾਡੇ ਨਾਲ ਪਿਛਲੀਆਂ ਸਰਕਾਰਾਂ ਨੇ ਵਿਤਕਰਾ ਕੀਤਾ ਹੈ। ਤੇ ਲਗਾਤਾਰ ਤੁਸੀਂ ਕਈ ਸਾਲ ਤੋਂ ਵਿੱਤੀ ਨੁਕਸਾਨ ਉਠਾਇਆ, ਮਾਨਸਿਕ ਤੌਰ ਤੇ ਸਮੱਸਿਆਵਾਂ ਵੀ ਤੁਹਾਨੂੰ ਝੱਲਣੀਆਂ ਪਈਆਂ। ਕੀ ਕਹਿਣਾ ਚਾਹੋਗੇ ਕਿ ਜਿਹੜਾ ਪ੍ਰੋਬੇਸ਼ਨ ਪੀਰੀਅਡ ਦਾ ਸਿਸਟਮ ਉਹ ਵੀ ਖਤਮ ਕਰ ਦੇਣਾ ਚਾਹੀਦਾ? ਹਾਂਜੀ ਸਰ, ਉਹ ਕਰ ਦੇਣਾ ਚਾਹੀਦਾ ਬਿਲਕੁਲ, ਕਿਉਂਕਿ ਜਦੋਂ ਅਸੀਂ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ। ਸਰ ਮੈਂ ਇੱਕ ਗੱਲ ਇਹ ਵੀ ਸ਼ੇਅਰ ਕਰਨੀ ਚਾਹੂੰਗੀ ਕਿ ਜਿਹੜੀ ਇਹ ਮਾਨ ਸਰਕਾਰ ਹੈਗੀ ਹੈ, ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਪੰਜਾਬ ਸਰਕਾਰ ਔਰ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ, ਇਹਨਾਂ ਨੇ ਸਾਨੂੰ ਮਤਲਬ ਕਿ ਕੁਰਾਹੇ ਦੇ ਵਿੱਚੋਂ ਕੱਢ ਕੇ, ਪਿਛਲੀਆਂ ਸਰਕਾਰਾਂ ਦੀ ਕੁਰਾਹੇ ਦੇ ਵਿੱਚੋਂ ਕੱਢ ਕੇ, ਈਵਨ ਕਿ ਸਾਨੂੰ ਤਾਂ ਆਪਣੀਆਂ ਰਹਿਮਤਾਂ ਦਾ ਜਿਹੜਾ ਕੇਸਰ ਹੈ ਸਾਡੇ ਤੇ ਤਾਂ ਬਰਸਾਇਆ ਹੀ ਬਰਸਾਇਆ। ਚਲੋ ਮਾਨ ਵਾਲੀ ਗੱਲ ਹੋ ਗਈ। ਕੁਝ ਹੋਰ ਟੀਚਰ ਨੇ ਕੀ ਕਹਿਣਾ ਚਾਹੋਗੇ ਕਿ 3 ਸਾਲ ਦਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਆ ਉਹ ਵੀ ਨਜਾਇਜ਼ ਆ, ਕਿਉਂਕਿ ਉਹ ਬਹੁਤ ਸਾਰਾ ਨੁਕਸਾਨ 3 ਸਾਲ ਝੱਲਣਾ ਪੈਂਦਾ? ਕੀ ਕਹਿਣਾ ਚਾਹੋਗੇ? ਸਰ ਇਸ ਮੈਟਰ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਜਦੋਂ ਕੋਈ ਵੀ ਅਧਿਆਪਕ ਨੌਕਰੀ ਦੇ ਵਿੱਚ ਆਉਂਦਾ, ਚਾਹੇ ਉਹ ਅਧਿਆਪਕ ਹੈ ਜਾਂ ਕਿਸੇ ਹੋਰ ਡਿਪਾਰਟਮੈਂਟ 'ਚ ਹੈ, ਤਾਂ ਉਹਨੂੰ ਜੌਬ ਐਵੇਂ ਪਲੇਟ 'ਚ ਧਰੀ ਨਹੀਂ ਮਿਲਦੀ। ਸਭ ਤੋਂ ਪਹਿਲਾਂ ਤਾਂ ਉਹਦੀ ਪੂਰੀ ਜ਼ਿੰਦਗੀ ਦੀ ਮਿਹਨਤ ਹੁੰਦੀ ਹੈ, ਜਿਹੜੀ ਉਹਨੇ ਡਿਗਰੀਆਂ ਹਾਸਲ ਕੀਤੀਆਂ ਹੁੰਦੀਆਂ ਨੇ, ਔਰ ਉਸ ਤੋਂ ਬਾਅਦ ਹਰ ਡਿਪਾਰਟਮੈਂਟ ਦੇ ਵਿੱਚ ਇੱਕ ਟੈਸਟ ਰੱਖਿਆ ਹੋਇਆ ਕੰਪੀਟੀਟਿਵ ਐਗਜ਼ਾਮ, ਔਰ ਉਹ ਟੈਸਟ ਅਸੀਂ ਸਭ ਕਲੀਅਰ ਕਰਕੇ ਫਿਰ ਅਸੀਂ ਇਸ ਜੌਬਸ ਦੇ ਵਿੱਚ ਆਉਂਦੇ ਹਾਂ। ਤੇ ਸੇਮ ਹੀ ਸਾਡੇ ਨਾਲ ਹੋਇਆ ਸਰ, ਅਸੀਂ ਉਹ ਟੈਸਟ ਕਲੀਅਰ ਕਰਕੇ ਆਏ। ਜਦੋਂ ਅਸੀਂ ਟੈਸਟ ਕਲੀਅਰ ਕਰਕੇ ਇੱਕ ਫਿਲਟਰ ਦੇ ਵਿੱਚ ਲੱਗ ਕੇ ਜੌਬ 'ਚ ਆਏ ਹਾਂ, ਤਾਂ ਉਸ ਤੋਂ ਬਾਅਦ ਸਾਡੇ ਤੇ ਕਾਹਦਾ ਪ੍ਰੋਬੇਸ਼ਨ, ਜਿਹੜਾ ਉਹ 3 ਸਾਲ ਦਾ ਸਮਾਂ ਹੈ, ਉਸ 3 ਸਾਲ ਦੇ ਵਿੱਚ ਵੀ ਫੁੱਲ ਵਿੱਤੀ ਲਾਭ ਮਿਲਣੇ ਚਾਹੀਦੇ ਨੇ। ਹਾਂਜੀ, ਉਸ 3 ਸਾਲ ਦਾ ਸਮਾਂ ਸਿਰਫ ਇਸ ਲਈ
ਰੱਖਣਾ ਚਾਹੀਦਾ ਹੈ ਕਿ ਕੰਮ ਅਤੇ ਆਚਰਣ ਦੇ ਆਧਾਰ ਤੇ ਅਧਿਆਪਕਾਂ ਨੂੰ ਪੱਕਾ ਕਰਨਾ ਜਾਂ ਚਾਹੀਦਾ ਫਿਰ ਹੈ। ਜਿਹੜੇ ਜੇ ਸਰਟੀਫਿਕੇਟਾਂ ਦਾ ਕੋਈ ਸ਼ੱਕ ਹੈ ਉਹ ਚੈੱਕ ਕਰਾ ਲਓ, ਦਸਤਾਵੇਜ਼ ਪੂਰੇ ਚੈੱਕ ਕਰਾ ਲਓ। ਕਿਉਂ ਸਰ ਦਸਤਾਵੇਜ਼ ਵੀ ਨਹੀਂ ਮੈਂ ਕਹੂੰਗੀ, ਕਿਉਂਕਿ ਜਦੋਂ ਜੌਬ ਨਹੀਂ, ਦਿੰਦੇ ਅੱਜ ਕੱਲ੍ਹ ਝੂਠੇ ਸਰਟੀਫਿਕੇਟ ਬਣਾਉਂਦੇ ਆ ਲੋਕ, ਗਲਤ ਨੌਕਰੀਆਂ ਲੈਂਦੇ ਆ, ਮੋਰਚਾ ਵੀ ਲੱਗਿਆ ਮਾਲੀ SC BC ਵਾਲੇ ਲੋਕ ਸਰਟੀਫਿਕੇਟ ਬਣਾਉਂਦੇ ਆ, ਗੜਬੜ ਤਾਂ ਹੁੰਦੀ ਆ। ਸਾਰੀਆਂ ਯੂਨੀਵਰਸਿਟੀਆਂ ਤੋਂ ਜਾ ਕੇ 3 ਸਾਲ ਦੇ ਵਿੱਚ ਚੈੱਕ ਹੋ ਸਕਦੇ ਆ ਕਾਗਜ਼। ਬਿਲਕੁਲ ਚੈੱਕ ਹੋ ਸਕਦੇ ਆ ਸਰ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਨੌਕਰੀ ਦਿੱਤੀ ਜਾਂਦੀ ਹੈ ਨਾ ਉਸ ਟਾਈਮ ਮੈਂ ਅਗਰ ਆਪਣੀ ਗੱਲ ਕਰਾਂ, ਮੇਰੇ ਕਾਡਰ ਦੀ ਗੱਲ ਕਰਾਂ ਤਾਂ ਸਾਡੇ 3 ਵਾਰੀ ਡਾਕੂਮੈਂਟ ਚੈੱਕ ਹੋਏ ਸੀ। DPI ਦਫ਼ਤਰ ਮੋਹਾਲੀ ਦੇ ਵਿੱਚ ਔਰ ਉਸ ਤੋਂ ਬਾਅਦ DO ਦਫ਼ਤਰ ਹਰ ਡਿਸਟ੍ਰਿਕਟ ਦੇ ਵਿੱਚ। ਤਾਂ ਫਿਰ ਇਟ ਮੀਨਸ ਅਗਰ 3 ਵਾਰੀ ਚੈੱਕ ਕਰਕੇ ਉਹਨਾਂ ਨੂੰ ਆਪਣੇ ਆਪ ਤੇ ਨਹੀਂ ਭਰੋਸਾ ਤਾਂ ਫਿਰ ਕਿਸੇ ਨੂੰ ਸ਼ੱਕ ਦੇ ਘੇਰੇ 'ਚ ਖੜੇ ਕਰਨ ਦਾ ਉਹਨਾਂ ਨੂੰ ਕੋਈ ਮੈਮ, ਜਿਹੜਾ ਤੁਹਾਡੇ ਨਾਲ ਇਹ ਹੋਇਆ, ਮਤਲਬ ਵਿੱਤੀ ਨੁਕਸਾਨ ਤੁਹਾਨੂੰ ਝੱਲਣਾ ਪਿਆ, ਇਹਦੇ ਲਈ ਕਿਹੜੀ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹੋ? ਸਰ ਪਿਛਲੀਆਂ ਦੋਨੇ ਸਰਕਾਰਾਂ, ਕਿਉਂਕਿ ਸਾਡੇ ਕੋਲ ਕੋਈ ਬਦਲ ਹੀ ਨਹੀਂ ਸੀ, ਕਾਂਗਰਸ ਤੋਂ ਅਕਾਲੀ, ਅਕਾਲੀ ਤੋਂ ਕਾਂਗਰਸ। ਸਾਨੂੰ ਤਾਂ ਇਹ ਟੈਨਸ਼ਨ ਸੀ ਕਿ ਅਗਰ ਹੁਣ ਮਾਨ ਸਰਕਾਰ ਪੰਜਾਬ 'ਚ ਨਹੀਂ ਆਉਂਦੀ ਤਾਂ ਸਾਨੂੰ ਇਹਨਾਂ ਦੋਨਾਂ ਨਾਲ ਫਿਰ ਸਾਹਮਣਾ ਕਰਨਾ ਪੈਣਾ ਸੀ ਤੇ ਸਾਨੂੰ ਕੋਈ ਰਾਹ ਨਹੀਂ ਸੀ ਦਿਖਣਾ। ਅਸੀਂ ਸਿਰਫ ਬੈਠੇ ਦੇ ਬੈਠੇ ਰਹਿ ਜਾਣਾ ਸੀ। ਉਸ ਹਨੇਰੇ 'ਚੋਂ, ਉਸ ਮੱਸਿਆ 'ਚੋਂ, ਉਸ ਬਨਵਾਸ 'ਚੋਂ ਸਾਡੀ ਲਾਈਫ ਦੇ ਵਿੱਚ ਜਿਹੜੀ ਪੂਰਨਮਾਸ਼ੀ ਆਈ ਹੈ ਉਹ ਇੱਕ ਮਾਨ ਸਰਕਾਰ ਲੈ ਕੇ। ਜਦੋਂ ਇੱਕ ਨਾਲ ਦੇ ਟੀਚਰ ਤੁਹਾਡੇ ਨਾਲ ਦੀ ਕੁਰਸੀ ਤੇ ਬਹਿਣ ਵਾਲੇ ਉਹ ਪੂਰੀ ਫੁੱਲ ਪੇ ਲੈਂਦੇ ਸੀ, ਉਦੋਂ ਤੁਹਾਨੂੰ ਨਹੀਂ ਲੱਗਦਾ ਸੀ ਹੀਣ ਭਾਵਨਾ ਵਾਲੀ ਗੱਲ ਜੀ? ਬਿਲਕੁਲ ਲੱਗਦੀ ਸੀ ਸਰ। ਹੁਣ ਤਾਂ ਸਾਡੀ ਉਹ ਹੀਨ ਭਾਵਨਾ ਚੱਲ ਕੇ ਮਹਿਸੂਸ ਕਰਕੇ ਇਹੋ ਜਿਹੀ ਕੰਡੀਸ਼ਨ ਆ ਗਈ ਸੀ ਕਿ ਸਾਨੂੰ ਮੋਨਿਟਰੀ ਬੈਨੀਫਿਟ ਨਹੀਂ, ਵਿੱਤੀ ਨਹੀਂ, ਸਾਨੂੰ ਇੱਕ ਡਿਗਨਿਟੀ ਦੀ ਲੋੜ ਸੀ ਕਿ ਅਸੀਂ ਇਹਨਾਂ ਦੇ ਬਰਾਬਰ ਖੜ ਸਕੀਏ ਵੀ ਸਾਨੂੰ ਵੀ ਪੰਜਾਬ ਸਰਕਾਰ ਨੇ, ਅਸੀਂ ਵੀ ਤੁਹਾਡੀ ਤਰ੍ਹਾਂ ਹੀ ਜੌਬ 'ਚ ਆਏ ਹਾਂ, ਅਸੀਂ ਕੋਈ ਐਵੇਂ ਨਹੀਂ ਆਏ ਕਿਸੇ ਨੂੰ ਰਿਸ਼ਵਤ ਦੇ ਕੇ ਨਹੀਂ ਆਏ। ਪਰ ਇਹ ਚੀਜ਼ ਸੀ, ਵਿੱਤੀ ਨੁਕਸਾਨ ਤਾਂ ਹੈਗਾ ਹੀ ਹੈਗਾ। ਸਾਡੀ ਜ਼ਿੰਦਗੀ ਦੇ ਜੋ ਸਰ 10 ਸਾਲ ਨੇ ਨਾ, ਉਹ 10 ਸਾਲ ਕੋਈ ਨਹੀਂ ਲੁਕਾ ਸਕਦਾ। ਤੇ ਜਿਹੜਾ ਹਰਜੋਤ ਬੈਂਸ ਨੇ ਤੁਹਾਡੇ ਸਿੱਖਿਆ ਮੰਤਰੀ, ਉਹਨਾਂ ਦੀ ਕੋਈ ਖਾਸ ਭੂਮਿਕਾ ਹੈ ਇਸ ਕੇਸ ਨੂੰ ਹੱਲ ਕਰਨ ਵਾਸਤੇ? ਸਰ ਹਾਂਜੀ ਬਿਲਕੁਲ ਸਰ, ਮੈਂ ਉਹਨਾਂ ਨੂੰ ਬਹੁਤ 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 ਧੰਨਵਾਦ ਕਹਾਂਗੀ, ਕਿਉਂਕਿ ਉਹਨਾਂ ਦੇ ਹੀ ਕਰ ਕਮਲਾਂ ਦੇ ਨਾਲ ਸਾਡਾ ਕੰਮ ਹੈ ਜਿਹੜਾ ਨੇਪਰੇ ਚੜਿਆ। ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਤੁਸੀਂ ਕਹਾਵਤ ਬੋਲੀ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਸਾਡਾ ਉਹ 12 ਸਾਲਾਂ ਦਾ ਕੰਮ ਤੁਸੀਂ ਹੈਰਾਨ ਹੋਵੋਗੇ ਕਿ 12 ਦਿਨਾਂ ਵਿੱਚ ਹੋਇਆ ਹੈ। ਠੀਕ ਹਾਂ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਰ ਬਸ ਮੈਂ ਧੰਨਵਾਦ ਕਰਨਾ ਚਾਹਾਂਗੀ ਮਾਨ ਸਰਕਾਰ ਦਾ, ਕਿਉਂਕਿ ਇਹ ਜੋ ਜਿਹੜੀ ਗੱਲ ਕਹੀ ਇਹਨਾਂ ਨੇ ਕਿ 12 ਦਿਨਾਂ ਦੇ ਵਿੱਚ ਕੰਮ ਹੋਇਆ, ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ, ਕਿਉਂਕਿ ਕਦੇ ਵੀ ਅਸੀਂ ਇਹ ਚੀਜ਼ ਨਹੀਂ ਸੋਚੀ। ਸਾਡੇ ਲਈ ਇਹ ਚਮਤਕਾਰ ਹੋਇਆ ਹੈ ਔਰ ਇਸ ਲਈ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਹਾਂ। ਸਾਨੂੰ ਇਹ ਸ਼ਰਾਬ 'ਚ ਸਾਨੂੰ ਮੁਕਤੀ ਦਿਵਾਤੀ ਉਹਨਾਂ ਨੇ। ਇੱਕ ਇਹੋ ਜਿਹੀ ਪਾਣੀ 'ਚ ਮਧਾਣੀ ਪਿਛਲੀਆਂ 2 ਸਰਕਾਰਾਂ ਨੇ ਪਾਈ ਸੀ, ਜਿਹਦੇ ਵਿੱਚੋਂ ਕੱਢਣਾ ਸਾਨੂੰ ਇਹ ਲੱਗਦਾ ਸੀ ਵੀ ਹੁਣ ਸਾਡਾ ਕੁਝ ਨਹੀਂ ਬਣ ਸਕਦਾ। ਕੀ ਨਾਂ ਤੁਹਾਡਾ? ਮੇਰਾ ਨਾਮ ਪਰਮਿੰਦਰ ਕੌਰ ਹੈ। ਤੁਹਾਡਾ ਵੀ ਨਾਮ ਦੱਸੋ ਰਾਜੇ। ਮੇਰਾ ਨਾਮ ਰੀਤੂ ਰਾਣੀ, SS ਮਿਸਟਰੈਸ। ਹਾਂਜੀ, ਆਪਣਾ ਤੁਸੀਂ ਕੋਈ ਕੋਰਟ 'ਚ ਕੇਸ ਵੀ ਕੀਤਾ ਹੋਇਆ ਆਪਣੇ ਹੱਕ ਲੈਣ ਵਾਸਤੇ, ਉਹ ਕੇਸ ਦਾ ਕੀ ਬਣੇਗਾ ਫਿਰ, ਕਿਉਂਕਿ ਤੁਹਾਨੂੰ ਉਹਨੂੰ ਫੁੱਲ ਪੇ ਤਾਂ ਮਿਲ ਗਈ? ਹਾਂਜੀ, ਨਾਮ ਹੀ ਦੇਖੋ ਦੱਸੋ। ਕੋਰਟ ਦੇ ਵਿੱਚ ਪ੍ਰਭਜੋਤ ਸਿੰਘ ਹੈ ਜੀ ਮੇਰਾ ਨਾਮ, ਤੇ ਕੋਰਟ ਦੇ ਵਿੱਚ ਕੇਸ ਕੀਤਾ ਸੀ ਅਸੀਂ ਆਪਣੇ ਹੱਕ ਲੈਣ ਵਾਸਤੇ। ਹੱਕ ਮਿਲ ਚੁੱਕੇ ਨੇ, ਇਸ ਕਰਕੇ ਹੁਣ ਤਾਂ ਉਸ ਚੀਜ਼ ਦਾ ਕੋਈ ਪੋਜ਼ਿਟਿਵ ਹੀ ਮਤਲਬ ਪਰ ਜੇ 7 ਸਾਲ ਦੇ ਬਕਾਏ ਦੀ ਗੱਲ ਕਰਨੀ ਹੋਵੇ, ਹਾਂਜੀ ਕਿਉਂਕਿ ਧੱਕਾ ਤਾਂ ਤੁਹਾਡੇ ਨਾਲ ਹੋਇਆ, ਉਹ ਬਕਾਏ ਵਾਸਤੇ ਸਰਕਾਰ ਨੂੰ ਅਪੀਲ ਕਰੋਗੇ ਜਾਂ ਫਿਰ ਕੋਰਟ ਦੇ ਵਿੱਚ ਫਿਰ ਜਾਓਗੇ? ਦੇਖੋ, ਜਿੰਨੀ ਪੋਜ਼ਿਟਿਵ ਸਰਕਾਰ ਹੈ, ਪਹਿਲਾਂ ਤਾਂ ਅਸੀਂ ਇਹਨਾਂ ਨੂੰ ਹੀ ਅਪੀਲ ਕਰਾਂਗੇ, ਸਰਕਾਰ ਨੂੰ ਹੀ ਸਾਡੀ ਅਪੀਲ ਰਹੇਗੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਸਰਕਾਰ ਸਾਡੀ ਇਸ ਅਪੀਲ ਨੂੰ ਵੀ ਸੁਣੇਗੀ। ਇੱਕ ਇਹ ਵੀ ਤੁਸੀਂ ਬੇਨਤੀ ਕਰੋ ਕਿ ਜਾਂ ਤਾਂ ਫਿਰ ਡਿਸਟੈਂਸ ਐਜੂਕੇਸ਼ਨ ਬੰਦ ਹੀ ਕਰ ਦਿਓ, ਨਹੀਂ ਫਿਰ ਸਾਨੂੰ ਪਰੇਸ਼ਾਨ ਕਰਨਾ ਬੰਦ ਕਰੋ। ਇਹ ਵੀ ਤੁਸੀਂ ਕੇਂਦਰ ਸਰਕਾਰ ਨੂੰ, UGC ਨੂੰ ਵੀ ਕਹੋ। ਹਾਂਜੀ, ਦੇਖੋ UGC ਦਾ ਸਟੈਂਡ ਸ਼ੁਰੂ ਤੋਂ ਕਲੀਅਰ ਹੈ ਕਿ ਜਿਹੜੀ ਕੰਸਰਨਡ ਗਵਰਨਮੈਂਟ ਹੈ, ਜਿਹੜੀ ਸਮੇਂ ਦੀ ਸਰਕਾਰ ਹੈ, ਇਹ ਉਸ ਦੇ ਹੱਥ ਵਿੱਚ ਹੈ ਕਿ ਉਸ ਡਿਗਰੀ ਨੂੰ ਮਾਨਤਾ ਦਿੰਦੀ ਹੈ ਜਾਂ ਨਹੀਂ ਦਿੰਦੀ। ਤੇ ਪਹਿਲੀਆਂ ਸਰਕਾਰਾਂ ਨੇ ਅੱਧਿਆਂ ਨੂੰ ਦੇ ਦਿੱਤੀ, ਅੱਧਿਆਂ ਨੂੰ ਨਹੀਂ ਦਿੱਤੀ, ਪੱਖਪਾਤੀ ਰਵੱਈਆ ਅਪਣਾਇਆ, ਤੇ ਇਹ ਸਰਕਾਰ ਨੇ ਸਾਰਿਆਂ ਨੂੰ ਇਕੁਅਲ ਕਰ ਦਿੱਤਾ ਹੈ ਤੇ ਇਹਨਾਂ ਨੇ ਮਾਨਤਾ ਦੇ ਦਿੱਤੀ ਹੈ। ਇਸ ਕਰਕੇ UGC ਦਾ ਸਟੈਂਡ ਵੀ ਕਲੀਅਰ ਹੈ ਤੇ ਸਰਕਾਰ ਦਾ ਸਟੈਂਡ ਵੀ ਪੋਜ਼ਿਟਿਵ ਹੈ। ਤੇ 12-13 ਸਾਲ ਕਿੰਨੇ ਕੁ ਟੀਚਰਾਂ ਨੂੰ ਇਸ ਚੀਜ਼ ਦਾ ਲਾਹਾ ਮਿਲਿਆ ਜਿਹੜਾ ਫੈਸਲਾ ਪਿਛਲੇ ਦਿਨੀ ਸਰਕਾਰ ਨੇ ਕੀਤਾ? ਜੀ, ਤਕਰੀਬਨ 136 ਟੀਚਰਸ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ ਜੀ। ਠੀਕ ਹੈ, ਸੋ ਇਹ ਸਨ ਉਹ ਟੀਚਰ ਜਿਨ੍ਹਾਂ ਨੂੰ ਅੱਖੋਂ ਓਲੇ ਕਰ ਦਿੱਤਾ ਗਿਆ ਸੀ ਸਮੇਂ ਦੀਆਂ ਸਰਕਾਰਾਂ ਨੇ। ਭਾਵੇਂ ਕਿ ਕੰਟਰੈਕਟ ਦੇ ਵਿੱਚ ਟੀਚਰਾਂ ਦੇ ਹੁੰਦਾ ਕਿ 3 ਸਾਲ ਬਾਅਦ ਪ੍ਰੋਬੇਸ਼ਨ ਪੀਰੀਅਡ ਕਲੀਅਰ ਹੋਏਗਾ ਤੇ ਫੁੱਲ ਤਨਖਾਹ ਮਿਲੇਗੀ, ਪਰ ਇਹ ਬੇਸਿਕ ਤਨਖਾਹ ਤੇ ਹੀ ਕੰਮ ਕਰਦੇ ਰਹੇ। ਹੁਣ ਇਹਨਾਂ ਨੇ ਮੌਜੂਦਾ ਸਰਕਾਰ ਦਾ ਧੰਨਵਾਦ ਕੀਤਾ ਤੇ ਇੱਕ ਮੰਗ ਵੀ ਰੱਖੀ ਆ ਕਿ ਪਿਛਲੇ 10 ਸਾਲਾਂ ਦਾ ਜਿਹੜਾ ਬਕਾਇਆ ਉਹ ਵੀ ਦਿੱਤਾ ਜਾਵੇ। ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।